ਪਾਸੇ ਮੈਗਾ ਸ਼ੋ ਚੱਲ ਰਿਹਾ ਤਾਂ ਉੱਥੇ ਦੂਸਰੇ ਪਾਸੇ ਵੱਡੀ ਖਬਰ ਸਾਹਮਣੇ ਆ ਗਈ ਹੈ। ਦੱਸਦੀ ਕਿ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਹੋਈ ਹੈ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਗੁਰਜੋਤ ਔਰ ਵੱਡੀ ਖਬਰ ਹੈ ਅਮਨ ਅਰੋੜਾ ਨੂੰ ਸ਼ਹਿਰੀ ਵਿਕਾਸ ਮੰਤਰਾਲਾ ਦੇ ਦਿੱਤਾ ਗਿਆ। ਚੇਤਨ ਸਿੰਘ ਜੋੜਾ ਮਾਜਰਾ ਨੂੰ ਸਿਹਤ ਵਿਭਾਗ ਦੇ ਨਾਲ ਮੈਡੀਕਲ ਸਿੱਖਿਆ ਵਿਭਾਗ ਮਿਲਿਆ। ਇਸ ਵੇਲੇ ਦੀ ਵੱਡੀ ਖਬਰ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਹੋ ਗਈ ਹੈ। ਦੱਸ ਦਈਏ ਕਿ 5 ਮੰਤਰੀ ਜਿਹੜੇ ਨੇ ਉਹ ਬੀਤੇ ਦਿਨ ਉਹਨਾਂ ਦੇ ਵੱਲੋਂ ਸਹੁੰ ਚੁੱਕੀ ਗਈ ਸੀ। ਅਨਮੋਲ ਗਗਨਮਾਨ ਨੂੰ ਲੇਬਰ ਅਤੇ ਸੈਰ ਸਪਾਟਾ ਵਿਭਾਗ ਮਿਲਿਆ। ਅਨਮੋਲ ਗਗਨਮਾਨ ਨੂੰ ਲੇਬਰ ਅਤੇ ਸੈਰ ਸਪਾਟਾ ਵਿਭਾਗ, ਇੰਦਰਬੀਰ ਸਿੰਘ ਨਿੱਜਰ ਨੂੰ ਸਥਾਨਕ ਯਾਨੀ ਕਿ ਲੋਕਲ ਬਾਡੀ ਡਿਪਾਰਟਮੈਂਟ ਮਿਲਿਆ। ਫੌਜਾ ਸਿੰਘ ਸਰਾਰੀ ਨੂੰ ਫੂਡ ਸਪਲਾਈ ਵਿਭਾਗ ਦਿੱਤਾ ਗਿਆ। ਡਿਪਾਰਟਮੈਂਟ ਜਿਹੜੇ ਨੇ ਅਲਾਟ ਕਰ ਦਿੱਤੇ ਗਏ ਨੇ। ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ। ਦੱਸ ਦਈਏ ਕਿ ਲਗਾਤਾਰ ਇੰਤਜ਼ਾਰ ਸੀ ਕਿਹੜਾ ਡਿਪਾਰਟਮੈਂਟ ਕਿਹੜੇ ਮੰਤਰੀ ਦੇ ਕੋਲ ਜਾਏਗਾ। ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਹੋ ਗਈ ਹੈ। ਅਮਨ ਅਰੋੜਾ ਨੂੰ ਸ਼ਹਿਰੀ ਵਿਕਾਸ ਮੰਤਰਾਲਾ ਮਿਲਿਆ, ਯਾਨੀ ਕਿ ਸ਼ਹਿਰ ਦਾ ਵਿਕਾਸ ਹੁਣ ਅਮਨ ਅਰੋੜਾ ਮੰਤਰੀ ਦੇ ਵਜੋਂ ਵੇਖਣਗੇ। ਚੇਤਨ ਸਿੰਘ ਜੋੜਾ ਮਾਜਰਾ ਨੂੰ ਸਿਹਤ ਡਿਪਾਰਟਮੈਂਟ ਦੇ ਦਿੱਤਾ ਗਿਆ। ਸਿਹਤ ਡਿਪਾਰਟਮੈਂਟ ਦੀ ਗੱਲ ਕਰੀਏ, ਪਹਿਲਾਂ ਵਿਜੇ ਸਿੰਗਲਾ ਉਹਨਾਂ ਦੇ ਕੋਲ ਸੀ, ਪਰ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਨੇ। ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ, ਸੋ ਉਸ ਦੇ ਚੱਲਦੇ ਇਹ ਡਿਪਾਰਟਮੈਂਟ ਜਿਹੜਾ ਬਦਲਿਆ ਗਿਆ। ਦੀ ਗੱਲ ਕੀਤੀ ਜਾਏ ਤਾਂ ਉਹਨਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਮਿਲਿਆ, ਯਾਨੀ ਕਿ ਲੋਕਲ ਬਾਡੀ ਡਿਪਾਰਟਮੈਂਟ ਜਿਹੜਾ ਇੰਦਰਬੀਰ ਨਿੱਜਰ ਨੂੰ ਦਿੱਤਾ ਗਿਆ। ਅਨਮੋਲ ਗਗਨਮਾਨ ਨੂੰ ਲੇਬਰ ਔਰ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰਾਲਾ ਮਿਲਿਆ। ਇਸ ਦੀ ਵੱਡੀ ਖਬਰ, ਕਿਉਂਕਿ ਲਗਾਤਾਰ ਨਿਊਜ਼ 18 ਪੰਜਾਬ ਦੇ ਵੱਲੋਂ ਵੀ ਚਰਚਾ ਕੀਤੀ ਜਾ ਰਹੀ ਸੀ ਕਿ ਸੱਭਿਆਚਾਰਕ ਮੰਤਰਾਲਾ ਜਿਹੜਾ ਹੈ ਉਹਨਾਂ ਦੇ ਕੋਲ ਜਾ ਸਕਦਾ ਹੈ ਜਾਂ ਫਿਰ ਜਾਣਾ ਵੀ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਪਹਿਲਾਂ ਪੰਜਾਬੀ ਗਾਇਕਾਂ ਸਨ। ਲਗਾਤਾਰ ਇਹ ਸਾਰਾ ਮਸਲਾ ਵੇਖਦੇ ਆਏ ਨੇ ਕਿ ਕੁਝ ਸਮੱਸਿਆਵਾਂ ਨੇ। ਜੇਕਰ ਸੱਭਿਆਚਾਰਕ ਮੰਤਰਾਲੇ ਦੀ ਗੱਲ ਕਰੇ ਤਾਂ ਇਸ ਦੇ ਵਿੱਚ ਤਾਂ ਵੱਡੀ ਜ਼ਿੰਮੇਵਾਰੀ ਨਿਭਾਈ ਜਿਹੜੀ ਜਾ ਸਕਦੀ ਹੈ। ਤਾਂ ਹੁਣ ਇਹ ਵੱਡੀ ਖਬਰ ਹੈ ਕਿ ਅਨਮੋਲ ਗਗਨਮਾਨ ਦੇ ਕੋਲ ਇਸ ਵੇਲੇ ਸੈਰ ਸਪਾਟਾ ਸੱਭਿਆਚਾਰਕ ਮੰਤਰਾਲਾ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਹੈ। ਲੇਬਰ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਹੈ। ਇਸ ਤੋਂ ਇਲਾਵਾ ਅੱਗੇ ਜ਼ਿਕਰ ਕੀਤਾ ਜਾਏ ਤਾਂ ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਅਤੇ ਬਾਗਵਾਨੀ ਡਿਪਾਰਟਮੈਂਟ ਦਿੱਤਾ ਗਿਆ। ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਯਾਨੀ ਕਿ ਜਿੰਨਾ ਵੀ ਸਾਰਾ ਕੰਮਕਾਰ ਫੂਡ ਡਿਪਾਰਟਮੈਂਟ ਦੇ ਨਾਲ ਜੁੜਿਆ ਹੋਇਆ ਔਰ ਬਾਗਬਾਨੀ ਡਿਪਾਰਟਮੈਂਟ ਦੇ ਨਾਲ ਜੁੜਿਆ ਹੋਇਆ ਫੌਜਾ ਸਿੰਘ ਸਰਾਰੀ ਕਰਨਗੇ। ਸੋ ਇਸ ਤੋਂ ਪਹਿਲਾਂ 9 ਮੰਤਰੀ ਸਨ ਸੀਐਮ ਮਾਨ ਦੇ ਸਮੇਤ ਔਰ ਵੱਖ ਡਿਪਾਰਟਮੈਂਟਸ ਉਹਨਾਂ ਦੇ ਕੋਲ ਸਨ। ਖਾਸ ਤੌਰ ਤੇ ਜੇਕਰ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ, ਸਿਹਤ ਵਿਭਾਗ ਮੀਤ ਹੇਅਰ ਉਹਨਾਂ ਦੇ ਕੋਲ ਸੀਗਾ, ਪਰ ਹਾਲ ਹੀ ਦੇ ਵਿੱਚ ਨਵੀਂ ਲਿਸਟ ਜਿਹੜੀ ਆ ਜਾਰੀ ਹੋਈ ਹੈ। ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਅਮਨ ਅਰੋੜਾ ਨੂੰ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ। ਚੇਤਨ ਸਿੰਘ ਜੋੜਾ ਮਾਜਰਾ ਜੋ ਨਵੇਂ ਮੰਤਰੀ ਬੀਤੇ ਦਿਨ ਚੁਣੇ ਗਏ, ਸਹੁੰ ਚੁੱਕੀ ਗਈ। ਸਿਹਤ ਵਿਭਾਗ ਦੇ ਨਾਲ ਉਹਨਾਂ ਨੂੰ ਮੈਡੀਕਲ ਸਿੱਖਿਆ ਵਿਭਾਗ ਦੇ ਦਿੱਤਾ ਗਿਆ, ਜੋ ਡਿਪਾਰਟਮੈਂਟ ਪਹਿਲਾਂ ਵਿਜੇ ਸਿੰਗਲਾ ਕੋਲ ਸੀ ਔਰ ਇਸ ਵੇਲੇ ਸੀਐਮ ਮਾਨ ਉਹਨਾਂ ਦੇ ਕੋਲ ਸਨ। ਪਰ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਕੋਲ ਬਹੁਤ ਸਾਰੇ ਡਿਪਾਰਟਮੈਂਟ ਆਲਰੇਡੀ ਨੇ, ਇੱਕ ਵੱਡਾ ਬੋਝ ਹੈ, ਸੋ ਉਸ ਨੂੰ ਜਿਹੜਾ ਹੈ ਥੋੜਾ ਜਿਹਾ ਘੱਟ ਕਰਨਾ ਚਾਹੁੰਦਾ ਹੈ ਜਾਂ ਫਿਰ ਜ਼ਿੰਮੇਵਾਰੀਆਂ ਜ਼ਿਆਦਾ ਨੇ ਤਾਂ ਉਹਨਾਂ ਨੂੰ ਥੋੜੀਆਂ ਜਿਹੀ ਡਿਵਾਈਡ ਕਰਨਾ ਚਾਹੁੰਦਾ ਹੈ। ਇਹ ਖੁਦ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ। ਤਾਂ ਇਸ ਦੇ ਕਰਕੇ ਕਹਿ ਸਕਦੇ ਹਾਂ ਕਿ ਸਿਹਤ ਵਿਭਾਗ ਚੇਤਨ ਸਿੰਘ ਜੋੜਾ ਮਾਜਰਾ ਨੂੰ ਦਿੱਤਾ ਗਿਆ ਹੈ। ਇਸ ਦੇ ਨਾਲ ਮੈਡੀਕਲ ਸਿੱਖਿਆ ਵਿਭਾਗ ਜਿਹੜਾ ਉਹ ਵੀ ਉਹਨਾਂ ਦੇ ਕੋਲ ਹੈ। ਇੰਦਰਬੀਰ ਸਿੰਘ ਨਿੱਜਰ ਉਹਨਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਦਿੱਤਾ ਗਿਆ ਹੈ ਔਰ ਅਨਮੋਲ ਗਗਨਮਾਨ ਨੂੰ ਲੇਬਰ ਸੈਰ ਸਪਾਟਾ ਸੱਭਿਆਚਾਰਕ ਮੰਤਰਾਲਾ ਦਿੱਤਾ ਗਿਆ। ਔਰ ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਵੇਖਦੇ ਹਾਂ ਸ਼ਹਿਰੀ ਵਿਕਾਸ ਮੰਤਰੀ ਹੋਣਗੇ ਅਮਨ ਅਰੋੜਾ। ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਹੋਗੀ, ਕਿਸ ਨੂੰ ਕਿਹੜਾ ਡਿਪਾਰਟਮੈਂਟ ਮਿਲਿਆ, ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਵੇਖ ਰਹੇ ਹਾਂ। ਸ਼ਹਿਰੀ ਵਿਕਾਸ ਮੰਤਰੀ ਹੋਣਗੇ ਅਮਨ ਅਰੋੜਾ। ਲਗਾਤਾਰ ਜਿਹੜੀ ਹੈ ਜਾਣਕਾਰੀ ਪਹੁੰਚਾ ਰਹੇ ਹਾਂ, ਪਰ ਹੁਣ ਗ੍ਰਾਫਿਕ ਦੇ ਜ਼ਰੀਏ ਔਰ ਖਾਸ ਤੌਰ ਤੇ ਜੇਕਰ ਅਮਨ ਅਰੋੜਾ ਦਾ ਜ਼ਿਕਰ ਕਰਦੇ ਆ, ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤੇ ਸਨ। ਜੇਕਰ ਵਿਧਾਨ ਸਭਾ 2022 ਦੀ ਗੱਲ ਕੀਤੀ ਜਾਵੇ, ਦੂਸਰੀ ਵਾਰ ਦੇ ਵਿਧਾਇਕ ਨੇ, ਇੱਕ ਚੰਗਾ ਕੱਦ ਰੱਖਦੇ ਨੇ ਪਾਰਟੀ ਦੇ ਵਿੱਚ, ਵੱਡੇ ਸੀਨੀਅਰ ਲੀਡਰ ਕਹਿ ਸਕਦੇ ਹਾਂ, ਕਿਉਂਕਿ ਲਗਾਤਾਰ ਜੇਕਰ ਵੱਖ ਮਾਮਲਿਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਨੀਡਰਤਾ ਦੇ ਨਾਲ, ਬੇਬਾਕੀ ਦੇ ਨਾਲ ਹਮੇਸ਼ਾ ਆਪਣਾ ਜਿਹੜਾ ਮਸਲਾ ਹੁੰਦਾ ਹੈ ਜਾਂ ਪਾਰਟੀ ਦਾ ਜੋ ਸਟੈਂਡ ਹੁੰਦਾ ਉਸ ਨੂੰ ਸਪਸ਼ਟ ਕਰਦੇ ਨੇ। ਅਮਨ ਅਰੋੜਾ ਹੁਣ ਸ਼ਹਿਰੀ ਵਿਕਾਸ ਮੰਤਰੀ ਯਾਨੀ ਕਿ ਸ਼ਹਿਰੀ ਵਿਕਾਸ ਵੇਖਣਗੇ। ਇਹ ਡਿਪਾਰਟਮੈਂਟ ਇਹਨਾਂ ਨੂੰ ਦੇ ਦਿੱਤਾ ਗਿਆ ਹੈ ਮੰਤਰੀ ਹੋਣ ਦੇ ਨਾਤੇ, ਕਿਉਂਕਿ ਬੀਤੇ ਦਿਨ ਸਹੁੰ ਚੁੱਕੀ ਗਈ ਸੀ। 5 ਨਵੇਂ ਮੰਤਰੀ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ ਸਨ ਸਰਕਾਰ ਦੇ ਵਿੱਚ। ਖਾਸ ਤੌਰ ਤੇ ਹੁਣ ਡਿਪਾਰਟਮੈਂਟ ਜਿਹੜੇ ਨੇ ਉਹ ਡਿਵਾਈਡ ਕਰ ਦਿੱਤੇ ਗਏ ਨੇ। ਅਮਨ ਅਰੋੜਾ ਦਾ ਜ਼ਿਕਰ ਕਰ ਰਹੇ ਹਾਂ, ਸੁਨਾਮ ਤੋਂ ਆਉਂਦੇ ਨੇ ਔਰ ਸਭ ਤੋਂ ਜ਼ਿਆਦਾ ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਗਈ ਸੀ 2022 ਦੇ ਵਿੱਚ ਵਿਧਾਨ ਸਭਾ ਦੇ ਵਿੱਚ। ਉਸ ਤੋਂ ਅਗਲਾ ਜ਼ਿਕਰ ਹੈ ਇੰਦਰਬੀਰ ਸਿੰਘ ਨਿੱਜਰ। ਇੰਦਰਬੀਰ ਸਿੰਘ ਨਿੱਜਰ ਦੱਸ ਦਈਏ ਕਿ
ਖਾਸ ਤੌਰ ਤੇ ਜੇਕਰ ਜ਼ਿਕਰ ਕਰਦੇ ਆ ਲਗਾਤਾਰ ਚਰਚਾਵਾਂ ਸਨ ਪਹਿਲਾਂ ਵੀ ਕਿ ਇਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ, ਪਰ ਹੁਣ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਯਾਨੀ ਕਿ ਲੋਕਲ ਬੋਡੀ ਡਿਪਾਰਟਮੈਂਟ ਜਿਹੜਾ ਹੈ ਉਹ ਇੰਦਰਬੀਰ ਨਿੱਜਰ ਹੋਰਾਂ ਨੂੰ ਦੇ ਦਿੱਤਾ ਗਿਆ ਹੈ। ਹੁਣ ਇਸ ਦੀ ਜ਼ਿੰਮੇਵਾਰੀ ਇਹਨਾਂ ਦੇ ਕੋਲ ਹੋਏਗੀ ਯਾਨੀ ਕਿ ਇਸ ਨੂੰ ਵੇਖਣਗੇ। ਦੱਸਦੇ ਕਿ ਲੋਕਲ ਬੋਡੀ ਵਿਭਾਗ ਯਾਨੀ ਕਿ ਸ਼ਹਿਰ ਦੇ ਵਿੱਚ ਜਿੰਨਾ ਵੀ ਵਿਕਾਸ ਸਿੱਧੇ ਤੌਰ ਤੇ ਉਸ ਨੂੰ ਲੈ ਕੇ ਜ਼ਿੰਮੇਵਾਰੀ ਜਿਹੜੀ ਹੈ ਇੰਦਰਬੀਰ ਸਿੰਘ ਨਿੱਜਰ ਦੀ ਹੋਏਗੀ, ਕਿਉਂਕਿ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ ਕਿਹੜਾ ਡਿਪਾਰਟਮੈਂਟ ਕਿਸ ਨੂੰ ਮਿਲ ਸਕਦਾ ਹੈ। ਇੰਦਰਬੀਰ ਸਿੰਘ ਨਿੱਜਰ ਉਹਨਾਂ ਦਾ ਜ਼ਿਕਰ ਕਰਦੇ ਆ ਤਾਂ ਇਹ ਵੀ ਇੱਕ ਕਹਿ ਸਕਦੇ ਆ ਕਿ ਰਸੂਖ ਰੱਖਦੇ ਨੇ, ਵੱਡਾ ਕੱਦ ਪਾਰਟੀ ਦੇ ਵਿੱਚ ਰੱਖਦੇ ਨੇ, ਤਾਂ ਸਥਾਨਕ ਸਰਕਾਰਾਂ ਵਿਭਾਗ ਜਿਹੜਾ ਹੈ ਇਹਨਾਂ ਨੂੰ ਦਿੱਤਾ ਗਿਆ। ਸੋ ਅਗਲਾ ਜ਼ਿਕਰ ਫੌਜਾ ਸਿੰਘ ਸਰਾਰੀ। ਇਹਨਾਂ ਨੂੰ ਦਿੱਤੇ ਗਏ ਨੇ ਫੌਜਾ ਸਿੰਘ ਸਰਾਰੀ, ਇਹਨਾਂ ਨੂੰ ਡਿਪਾਰਟਮੈਂਟ ਫੂਡ ਪ੍ਰੋਸੈਸਿੰਗ ਦਿੱਤਾ ਗਿਆ ਯਾਨੀ ਕਿ ਹੁਣ ਜਿੰਨਾ ਵੀ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਹੋਏਗਾ, ਫੂਡ ਦਾ ਡਿਪਾਰਟਮੈਂਟ ਦਾ ਕੰਮ ਹੋਏਗਾ, ਸੋ ਸਾਰਾ ਇਹਨਾਂ ਦੇ ਹੇਠਾਂ ਇਹ ਡਿਪਾਰਟਮੈਂਟ ਇਹਨਾਂ ਨੂੰ ਦੇ ਦਿੱਤਾ ਗਿਆ। ਇਸ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਫੌਜਾ ਸਿੰਘ ਸਰਾਰੀ ਪਹਿਲੀ ਵਾਰ ਵਿਧਾਇਕ ਬਣੇ ਨੇ, ਪਰ ਕਿਤੇ ਨਾ ਕਿਤੇ ਇੱਕ ਵੱਡਾ ਹੁਣ ਨਾ, ਕਿਉਂਕਿ ਮੰਤਰੀ ਇਹਨਾਂ ਨੂੰ ਬਣਾ ਦਿੱਤਾ ਗਿਆ। ਬੀਤੇ ਦਿਨ ਸੌਂ ਚੁੱਕੀ ਗਈ, ਨਵੇਂ ਮੈਂਬਰ ਨੇ ਸਰਕਾਰ ਦੇ ਵਿੱਚ, ਪਰ ਡਿਪਾਰਟਮੈਂਟ ਦੇ ਦਿੱਤਾ ਗਿਆ ਫੂਡ ਪ੍ਰੋਸੈਸਿੰਗ ਔਰ ਬਾਗਵਾਨੀ। ਸੋ ਹੁਣ ਵੇਖਣਾ ਹੋਏਗਾ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਅੱਗੇ ਕੰਮਕਾਰ ਹੋਏਗਾ, ਪਰ ਖਾਸ ਤੌਰ ਤੇ ਡਿਪਾਰਟਮੈਂਟ ਜਿਹੜੇ ਨੇ ਉਹ ਡਿਵਾਈਡ ਕਰ ਦਿੱਤੇ ਗਏ ਨੇ। ਸੋ ਮੰਤਰੀਆਂ ਨੂੰ ਕਿਹੜਾ ਵਿਭਾਗ ਦਿੱਤਾ ਗਿਆ, ਇਸ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਸੀ, ਲਗਾਤਾਰ ਸਵਾਲ ਹੋ ਰਹੇ ਸਨ ਕਿ ਆਖਰਕਾਰ ਕਿਸ ਨੂੰ ਕਿਹੜਾ ਡਿਪਾਰਟਮੈਂਟ ਹੋਏਗਾ। ਚਰਚਾਵਾਂ ਦਾ ਬਾਜ਼ਾਰ ਗਰਮ ਸੀ। ਅਗਲਾ ਨਾ ਕਾਫੀ ਅਹਿਮ ਹੈ, ਕਿਉਂਕਿ ਸਿਹਤ ਮੰਤਰੀ ਬਹੁਤ ਵੱਡਾ ਮੁੱਦਾ ਸੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ। ਸਿਹਤ ਔਰ ਸਿੱਖਿਆ ਦੋ ਮੁੱਦੇ ਅਹਿਮ ਸਨ, ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਬਲਬੂਤੇ ਤੇ ਸਰਕਾਰ ਨੂੰ ਬਹੁਤ ਜ਼ਿਆਦਾ ਵੋਟਾਂ ਪਈਆਂ, ਪਾਰਟੀ ਨੂੰ ਬਹੁਤ ਵੋਟਾਂ ਪਈਆਂ। ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ, ਚੇਤਨ ਸਿੰਘ ਜੋੜਾ ਮਾਜਰਾ ਨੂੰ ਸਿਹਤ ਮੰਤਰੀ ਬਣਾਇਆ ਗਿਆ, ਯਾਨੀ ਕਿ ਸਿਹਤ ਦਾ ਡਿਪਾਰਟਮੈਂਟ ਜਿਹੜਾ ਹੈਲਥ ਡਿਪਾਰਟਮੈਂਟ ਇਹਨਾਂ ਨੂੰ ਦੇ ਦਿੱਤਾ ਗਿਆ। ਹੁਣ ਜਿੰਨੇ ਵੀ ਹਸਪਤਾਲ, ਜਿੰਨਾ ਵੀ ਕੰਮਕਾਰ ਸਾਰਾ ਇਹਨਾਂ ਦੇ ਹੇਠਾਂ ਹੋਏਗਾ। ਸਿਹਤ ਵਿਭਾਗ ਇੱਕ ਤਾਂ ਵੀ ਚਰਚਿਤ ਰਿਹਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵਿਜੇ ਸਿੰਗਲਾ ਜੋ ਮੰਤਰੀ ਸਨ ਸਰਕਾਰ ਦੇ ਵਿੱਚ, ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ, ਸਿਹਤ ਵਿਭਾਗ ਦਿੱਤਾ ਗਿਆ ਸੀ, ਪਰ ਉਸ ਦੇ ਵਿੱਚ ਜਿਹੜੇ ਟੈਂਡਰ ਦਿੱਤੇ ਗਏ ਉਸ ਨੂੰ ਲੈ ਕੇ ਘਪਲਿਆਂ ਦੇ ਇਲਜ਼ਾਮ ਲੱਗੇ, ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਿਆ, ਜੋ ਖੁਦ ਹੀ ਉਹਨਾਂ ਦੇ ਹੀ ਜਿਹੜਾ ਸਰਕਾਰ ਦੇ ਵਿੱਚ ਲਗਾਇਆ ਗਿਆ, ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੇਲ੍ਹ ਜਾਣਾ ਪਿਆ। ਤਾਂ ਹੁਣ ਇਹ ਡਿਪਾਰਟਮੈਂਟ ਸੀਐਮ ਮਾਨ ਦੇ ਕੋਲ ਸੀ ਤੇ ਹੁਣ ਦਿੱਤਾ ਗਿਆ ਚੇਤਨ ਸਿੰਘ ਜੋੜਾ ਮਾਜਰਾ ਨੂੰ। ਅਗਲਾ ਨਾਮ ਆਉਂਦਾ ਕਾਫੀ ਕਹਿ ਸਕਦੇ ਹਾਂ ਕਿ ਨਜ਼ਰਾਂ ਨੇ ਇਸ ਨਾਮ ਤੇ, ਅਨਮੋਲ ਗਗਨ ਮਾਨ ਵਿਧਾਇਕਾਂ ਨੇ ਖਰੜ ਤੋਂ, ਪਰ ਹੁਣ ਡਿਪਾਰਟਮੈਂਟ 3 ਡਿਪਾਰਟਮੈਂਟ ਇਹਨਾਂ ਨੂੰ ਦਿੱਤੇ ਗਏ ਨੇ, ਲੇਬਰ ਡਿਪਾਰਟਮੈਂਟ, ਸੈਰ ਸਪਾਟਾ ਔਰ ਸੱਭਿਆਚਾਰਕ ਮਾਮਲੇ। ਸੋ 3 ਡਿਪਾਰਟਮੈਂਟ ਹੁਣ ਅਨਮੋਲ ਗਗਨ ਮਾਨ ਨੂੰ ਦਿੱਤੇ ਗਏ ਨੇ। ਇਹ ਡਿਪਾਰਟਮੈਂਟ ਕਹਿ ਸਕਦੇ ਆ ਕਿ ਸਿੱਧੇ ਤੌਰ ਤੇ ਜੋ ਕੰਮਕਾਰ ਇਹਨਾਂ ਦੇ ਵੱਲੋਂ ਦੇਖਿਆ ਜਾਂਦਾ ਸੀ, ਜਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਪ੍ਰੋਫੈਸ਼ਨ ਸੀ ਉਸ ਦੇ ਨਾਲ ਵੀ ਜੁੜਿਆ ਹੋਇਆ, ਕਿਉਂਕਿ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਕਿ ਸੱਭਿਆਚਾਰਕ ਵਿਭਾਗ ਜਿਹੜਾ ਹੈ ਇਹਨਾਂ ਨੂੰ ਦਿੱਤਾ ਜਾ ਸਕਦਾ ਹੈ। ਸੋ ਉਸੇ ਨੂੰ ਲੈ ਕੇ ਕਹਿ ਸਕਦੇ ਆ ਕਿ ਹੁਣ ਕਿਤੇ ਨਾ ਕਿਤੇ ਖਬਰ ਤੇ ਵੀ ਮੋਹਰ ਲੱਗਦੀ ਹੋਈ ਨਜ਼ਰ ਆਈ ਹੈ, ਕਿਉਂਕਿ ਸੱਭਿਆਚਾਰਕ ਮਾਮਲੇ ਇਹਨਾਂ ਦੇ ਹੇਠਾਂ ਹੀ ਹੁਣ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ। ਇਹੋ ਅਨਮੋਲ ਗਗਨ ਮਾਨ ਹੀ ਇਸ ਡਿਪਾਰਟਮੈਂਟ ਨੂੰ ਸਾਂਭਣਗੇ। ਲੇਬਰ ਡਿਪਾਰਟਮੈਂਟ ਔਰ ਸੈਰ ਸਪਾਟਾ ਦਾ ਜ਼ਿਕਰ ਕਰਦੇ ਆ, ਇਹ ਵੀ ਡਿਪਾਰਟਮੈਂਟ ਬੇਹੱਦ ਹੀ ਦਿਲਚਸਪ ਹੈ, ਕਿਉਂਕਿ ਇਸ ਨੂੰ ਲੈ ਕੇ ਲਗਾਤਾਰ ਸਰਕਾਰ ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ ਉਹ ਨੰਗਲ ਹੋਵੇ ਜਾਂ ਫਿਰ ਇਸ ਤਰ੍ਹਾਂ ਦੇ ਬਹੁਤ ਸਾਰੇ ਇਲਾਕੇ ਨੇ ਜਿੱਥੇ ਕਿ ਸੈਰ ਸਪਾਟੇ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਕਹਿ ਲਈਏ ਕਿ ਟੂਰਿਜ਼ਮ ਵਿਭਾਗ ਜਿਹੜਾ ਉਸ ਨੂੰ ਬਹੁਤ ਹੀ ਮਜ਼ਬੂਤ ਕੀਤਾ ਜਾ ਸਕਦਾ ਔਰ ਉਸ ਤੋਂ ਮਨੀ ਯਾਨੀ ਕਿ ਪੈਸਾ ਸਰਕਾਰ ਦੇ ਖਾਤੇ ਦੇ ਵਿੱਚ ਆ ਸਕਦਾ ਹੈ ਔਰ ਇਸ ਦੇ ਨਾਲ ਮਜ਼ਬੂਤੀ ਹੋ ਸਕਦੀ ਹੈ ਸੂਬੇ ਦੇ ਬਜਟ ਦੀ। ਯਾਨੀ ਕਿ ਸੈਰ ਸਪਾਟਾ ਡਿਪਾਰਟਮੈਂਟ ਕਾਫੀ ਅਹਿਮ ਹੈ, ਜੋ ਕਿ ਦਿੱਤਾ ਗਿਆ ਹੈ ਇਸ ਵੇਲੇ ਅਨਮੋਲ ਗਗਨ ਮਾਨ ਹੋਰਾਂ ਨੂੰ। ਯਾਨੀ ਕਿ ਡਿਪਾਰਟਮੈਂਟ ਦੇ ਡਿਵਾਈਡੇਸ਼ਨ ਦੇ ਵਿੱਚ ਲੇਬਰ, ਸੈਰ ਸਪਾਟਾ ਔਰ ਸੱਭਿਆਚਾਰਕ ਮਾਮਲੇ ਜਿਹੜੇ ਨੇ ਅਨਮੋਲ ਗਗਨ ਮਾਨ ਹੋਰਾਂ ਨੂੰ ਦਿੱਤੇ ਗਏ ਨੇ, ਜਿਨ੍ਹਾਂ ਦੇ ਵੱਲੋਂ ਬੀਤੇ ਦਿਨ ਹੀ ਸੌਂ ਚੁੱਕੀ ਗਈ ਸੀ। ਸੋ 5 ਨਵੇਂ ਮੰਤਰੀ ਬੀਤੇ ਦਿਨ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਸੌਂ ਚੁੱਕੀ ਗਈ, ਨਵੇਂ ਮੰਤਰੀ ਸਰਕਾਰ ਦੇ ਵਿੱਚ ਆਏ, ਜਿਨ੍ਹਾਂ ਨੂੰ ਡਿਪਾਰਟਮੈਂਟਸ ਦਿੱਤੇ ਗਏ ਨੇ। ਔਰ ਇਸ ਵੇਲੇ ਦੀ ਗੱਲ ਕੀਤੀ ਜਾਏ ਤਾਂ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਹੜਾ ਡਿਪਾਰਟਮੈਂਟ ਕਿਸ ਨੂੰ ਦਿੱਤਾ ਗਿਆ। ਕਿ ਨਵੇਂ ਮੰਤਰੀ ਚੁਣੇ ਗਏ ਨੇ। ਸ਼ਹਿਰੀ ਵਿਕਾਸ ਮੰਤਰੀ, ਸੂਚਨਾ ਤੇ ਲੋਕ ਸੰਪਰਕ ਨਵ ਅਤੇ
ਨਵਿਆਉਣ ਊਰਜਾ ਸਰੋਤ 3 ਡਿਪਾਰਟਮੈਂਟ ਅਮਨ ਅਰੋੜਾ ਹੋਰਾਂ ਨੂੰ ਦਿੱਤੇ ਗਏ ਨੇ। ਵੱਡੇ ਲੀਡਰ ਨੇ, ਪਾਰਟੀ ਦੇ ਵਿੱਚ ਵੱਡਾ ਕੱਦ ਹੈ। 3 ਡਿਪਾਰਟਮੈਂਟ ਜਿਹੜੇ ਨੇ ਉਹਨਾਂ ਨੂੰ ਸੌਂਪ ਦਿੱਤੇ ਗਏ ਨੇ। ਸ਼ਹਿਰੀ ਵਿਕਾਸ ਮੰਤਰੀ, ਸੂਚਨਾ ਤੇ ਲੋਕ ਸੰਪਰਕ, ਨਵਾਂ ਤੇ ਨਵਿਆਉਣ ਊਰਜਾ ਸਰੋਤ ਤੇ 3 ਵਿਭਾਗ ਜਿਹੜੇ ਨੇ ਉਹ ਅਮਨ ਅਰੋੜਾ ਨੂੰ ਦਿੱਤੇ ਗਏ ਨੇ। ਅਮਨ ਅਰੋੜਾ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਕਿਉਂਕਿ ਇੱਕ ਮੰਤਰੀ ਨੂੰ 2-2 3-3 ਡਿਪਾਰਟਮੈਂਟ ਜਿਹੜੇ ਨੇ ਉਹ ਦਿੱਤੇ ਗਏ ਨੇ ਤਾਂ ਕਿ ਜਿਹੜੀ ਜ਼ਿੰਮੇਵਾਰੀਆਂ ਨੇ ਉਹ ਵੱਖ-ਵੱਖ ਡਿਪਾਰਟਮੈਂਟ ਦੀਆਂ ਲਈਆਂ ਜਾ ਸਕਣ। ਕਿਉਂਕਿ ਹਮੇਸ਼ਾ ਖਾਸ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਸੀਐਮ ਮਾਨ ਜ਼ਿਕਰ ਕਰ ਰਹੇ ਸਨ ਕਿ ਬਹੁਤ ਸਾਰੇ ਅਜਿਹੇ ਡਿਪਾਰਟਮੈਂਟ ਨੇ ਜਿਹੜੇ ਕਿ ਮੇਰੇ ਕੋਲ ਖੁਦ ਨੇ ਔਰ ਮੇਰੇ ਕੋਲ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਨੇ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਇਹ ਕੁਝ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਘੱਟ ਹੋਣ ਤੇ ਸਾਡੇ ਵੱਲੋਂ ਜਿਹੜੇ ਮੇਰੇ ਕੋਲ ਜਿਹੜਾ ਜ਼ਿੰਮੇਵਾਰੀ ਹੈ ਘੱਟ ਹੋਵੇ ਤਾਂ ਹੋਰ ਨੂੰ ਦਿੱਤੀ ਜਾਵੇ, ਹੋਰ ਮੰਤਰੀ ਨੂੰ ਨਵੇਂ ਨੂੰ ਦਿੱਤੀ ਜਾਵੇ। ਸੋ ਕਹਿ ਸਕਦੇ ਆ ਕਿ ਹੁਣ ਇਹ ਡਿਵਾਈਡੇਸ਼ਨ ਕਰ ਦਿੱਤੀ ਗਈ ਹੈ ਤਾਂ ਕਿ ਸੰਜੀਦਗੀ ਦੇ ਨਾਲ ਪੂਰਾ ਕੰਮ ਹੋ ਸਕੇ। ਔਰ ਅਮਨ ਅਰੋੜਾ ਨੂੰ 3 ਡਿਪਾਰਟਮੈਂਟ ਦਿੱਤੇ ਗਏ ਨੇ, ਸ਼ਹਿਰੀ ਵਿਕਾਸ ਮੰਤਰੀ ਤੋਂ ਇਲਾਵਾ ਹੋਰ 2 ਵਿਭਾਗ। ਉਸ ਤੋਂ ਬਾਅਦ ਮੀਤ ਹੇਅਰ, ਉੱਚ ਸਿੱਖਿਆ ਦਿੱਤੀ ਗਈ ਹੈ। ਉੱਚ ਸਿੱਖਿਆ ਡਿਪਾਰਟਮੈਂਟ ਮੀਤ ਹੇਅਰ ਔਰ ਦੇ ਕੋਲ ਖੇਡਾਂ, ਗਵਰਨੈਂਸ ਔਰ ਰਿਫਾਰਮਸ। ਸਿੱਖਿਆ ਵਿਭਾਗ ਜਿਹੜਾ ਹੈ ਉਹ ਵਾਪਸ ਲਿਆ ਗਿਆ। ਸਕੂਲੀ ਸਿੱਖਿਆ ਵਿਭਾਗ ਵਾਪਸ ਲਿਆ ਗਿਆ। ਉੱਚ ਸਿੱਖਿਆ ਵਿਭਾਗ ਇਹਨਾਂ ਨੂੰ ਦਿੱਤਾ ਗਿਆ ਮੀਤ ਹੇਅਰ ਉਹਨਾਂ ਨੂੰ। ਖੇਡਾਂ, ਗਵਰਨੈਂਸ, ਰਿਫਾਰਮਸ, ਵਿਗਿਆਨ, ਤਕਨੀਕੀ ਅਤੇ ਵਾਤਾਵਰਣ, ਇਹ ਵਿਭਾਗ ਜਿਹੜੇ ਨੇ ਉਹ ਮੀਤ ਹੇਅਰ ਉਹਨਾਂ ਨੂੰ ਦਿੱਤੇ ਗਏ ਨੇ। ਇਸ ਵੇਲੇ ਦੀ ਅਹਿਮ ਖਬਰ ਕਹਿ ਸਕਦੇ ਆ ਕਿਉਂਕਿ ਸਿੱਖਿਆ ਦੀ ਗੱਲ ਕੀਤੀ ਜਾਏ ਜਾਂ ਸਿਹਤ ਦੀ ਗੱਲ ਕੀਤੀ ਜਾਏ, 2 ਵੱਡੇ ਜਿਹੜੇ ਨੇ ਇਹ ਡਿਪਾਰਟਮੈਂਟ ਨੇ। ਔਰ ਖਾਸ ਤੌਰ ਤੇ ਹੁਣ ਜਦੋਂ ਇਹ ਡਿਪਾਰਟਮੈਂਟ ਦੇ ਵਿੱਚ ਸ਼ਫਲ ਕੀਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਸੀ ਕਿ ਰੀਸ਼ਫਲ ਜਿਹੜਾ ਹੋ ਸਕਦਾ ਹੈ, ਜਿਹੜੇ ਡਿਪਾਰਟਮੈਂਟ ਹੈਗੇ ਨੇ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ, ਬਦਲਾਅ ਉਸ ਦੇ ਵਿੱਚ ਹੋ ਸਕਦਾ ਹੈ। ਤਾਂ ਮੀਤ ਹੇਅਰ ਉਹਨਾਂ ਨੂੰ ਜਿਹੜਾ ਡਿਪਾਰਟਮੈਂਟ ਇਸ ਵੇਲੇ ਉੱਚ ਸਿੱਖਿਆ ਦਿੱਤਾ ਗਿਆ ਹੈ। ਔਰ ਸਿੱਧਾ ਚੱਲਦੇ ਹਾਂ ਅਮਨ ਭਾਰਦਵਾਜ ਨੇ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਦੇ ਲਈ। ਅਮਨ, ਮੇਰੀ ਆਵਾਜ਼ ਆ ਪਾ ਰਹੀ ਹੈ ਤੁਹਾਡੇ ਤੱਕ? ਤਾਂ ਡਿਪਾਰਟਮੈਂਟ ਜਿਹੜੇ ਨੇ ਉਹ ਅਲਾਟ ਹੋ ਚੁੱਕੇ ਨੇ, ਰੀਸ਼ਫਲ ਹੋਏ ਨੇ। ਨਜ਼ਰਾਂ ਲਗਾਤਾਰ ਟਿਕੀਆਂ ਸਨ ਕਿ ਕਿਸ ਮੰਤਰੀ ਨੂੰ ਕਿਹੜਾ ਡਿਪਾਰਟਮੈਂਟ ਦਿੱਤਾ ਜਾਏਗਾ। और सौ चुकण तो बाद यही क्यास रही सीगियां कि किहड़े मंत्री नूं किहड़े नवें थापे मंत्री नूं किहड़ा महकमा मिलेगा और किस नूं जे किहड़ा महकमा मिलता है किस दी किन्नी क्योंकि परसैप्शन सीगी ग्राउंड रियलिटी ते एनालिसिस सीगा कि किस दी किन्नी बैकग्राउंड है किस जिहड़ा वर्क एक्सपीरियंस नूं लेके उसी दे हिसाब ते जिहड़े हैं वो अलॉटमेंट विभागां दी कीती गई है। एक बार जिक्र भी कर दिंदे कि हरपाल चीमा फाइनेंस प्लैनिंग प्रोग्राम इंप्लीमेंटेशन एक्साइज टैक्सेशन ये डिपार्टमेंट पहले भी हरपाल चीमा कोल सीगा तो ये बरकरार है। और उत्थे ही तब्दीली जिते जिते हुई है गुरजोत जिवें कि हरजोत बैंस कोल स्कूल है स्कूली सिक्ख्या वो नवा ऐड किया गया। जेल पहला तो उन्होंने कोल है माइनिंग जियोलॉजी पहला हरजोत बैंस के कोल है तो किते ना किते हरजोत बैंस नूं अजिही मिनिस्ट्री दे के पहला नालों होर स्ट्रोंग किया गया क्योंकि बड़ा शार्प एक एग्रैशन रहिंदा है कम्मां नूं लेके लोकां दे मुद्दिआं नूं लेके सरकार दी कम्मां दे प्रति जिहड़ी इंप्लीमेंटेशन और सोच है उसनूं लेके तो उसनूं देखदे होए किते ना किते सरकार ने होर ताकत दित्ती है। एक विभाग जिहड़ा है होर एड ऑन किया नेड़े किया सरकार ने स्ट्रोंग बनाया। हरपाल चीमा तो बाद जे कहिए तो हरजोत बैंस अजिहे मंत्री ने जिन्हां कोल अहम विभाग जिहड़े ने वो सौंपे गए ने दिते गए ने। उस तो बाद जिक्र गुरजोत अनमोल गगन मान का करना बनता है क्योंकि अनमोल गगन मान दे कोल टूरिज्म कल्चर अफेयर्स दिता गया है इन्वेस्टमेंट प्रमोशन लेबर अते रिमूवल ऑफ ग्रीवेंसेस ये वो विभाग ने गुरजोत जो खुद क्योंकि सीएम दे कोल सीगे और पर्सनली मुख्यमंत्री भगवंत मान दे इंटरस्ट दे विभाग ने चाहे वो टूरिज्म की गल होवे कल्चर की गल होवे इन्वेस्टमेंट प्रमोशन की गल होवे कि किस तरीके की इन्वेस्टमेंट जिहड़ी है वो पंजाब की जरूरत है नौजवानों की चाहे वो नशा छुड़ा के फिर बेरोजगारी दूर करने की गल होवे पंजाब नूं नवीं लीह ते तोड़न की गल होवे उस लई इन्वेस्टमेंटां दा बहुत क्योंकि जरूरत भी है और सरकार की कोशिशां भी है तो इस एक अहम विभाग है और मन्निया जा सकता है जिस तरीके दे नाल ये अलॉटमेंट अनमोल गगन मान नूं दित्ती गई है तो कि नेड़ता किन्नी है करीबी ने भगवंत मान दे और हाईकमान दे भी तो इसी दे चलते जेडे खुद भगवंत मान दे निजी तौर पर पसंदीदा विभाग ने और उन्होंने कोल सीगे भी वो अनमोल गगन मान नूं जिहड़े हैं वो अलॉट किए गए हैं। और इस दे अंदर काम किवें दा होएगा खास करके वेखण वाली गल रहेगी क्योंकि गुरजोत आस्ट्रेलिया तो अगले कुछ दिनों इन्वेस्टमेंट कारण पंजाब के अंदर आस्ट्रेलिया के मंत्री भी आने हैं इन्वेस्टमेंट मीट कारण
ਤਾਂ ਉੱਥੇ ਵੀ ਇਸ ਵਿਭਾਗ ਦਾ ਖਾਸ ਕਰਕੇ ਰੋਲ ਜਿਹੜਾ ਹੈ ਉਹ ਵੇਖਣ ਨੂੰ ਮਿਲ ਸਕਦਾ ਹੈ। ਔਰ ਅਨਮੋਲ ਗਗਨ ਮਾਨ ਦੀ ਬੈਕਗ੍ਰਾਉਂਡ ਵੀ ਸਿੰਗਿੰਗ ਰਹੀ ਹੈ, ਤਾਂ ਕਲਚਰ ਔਰ ਟੂਰਿਜ਼ਮ ਇਸ ਤਰੀਕੇ ਦੇ ਮਹਿਕਮੇ ਖਾਸ ਕਰਕੇ ਉਹਨਾਂ ਤੇ ਕਾਫੀ ਕੰਮ ਵੇਖਣ ਨੂੰ ਮਿਲ ਸਕਦਾ ਹੈ। ਔਰ ਇੱਕ ਇੰਦਰਬੀਰ ਸਿੰਘ ਨਿੱਜਰ ਉਹਨਾਂ ਦਾ ਜ਼ਿਕਰ ਕਰਨਾ ਗੁਰਜੋਤ ਬਣਦਾ ਹੈ ਕਿ ਡਾਕਟਰ ਨੇ ਪੇਸ਼ੇ ਤੋਂ, ਪਿਛਲਾ ਉਹਨਾਂ ਦਾ ਜਿਹੜਾ ਕਰੀਅਰ ਰਿਹਾ ਉਹ ਡਾਕਟਰੀ ਦਾ ਰਿਹਾ ਹੈ, ਡਾਕਟਰ ਸੀਗੇ। ਐਕਸਪੈਕਟਡ ਸੀਗਾ ਕਿ ਉਹਨਾਂ ਨੂੰ ਹੈਲਥ ਮਿਨਿਸਟਰੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ, ਲੇਕਿਨ ਇੰਦਰਬੀਰ ਸਿੰਘ ਨਿੱਜਰ ਉਹਨਾਂ ਨੂੰ ਲੋਕਲ ਗਵਰਨਮੈਂਟ, ਪਾਰਲੀਮੈਂਟਰੀ ਅਫੇਅਰਸ, ਪਾਣੀ ਦਾ ਬਚਾਅ ਅਤੇ ਐਡਮਿਨਿਸਟ੍ਰੇਟਿਵ ਰਿਫਾਰਮਸ ਇਹ ਵਿਭਾਗ ਜਿਹੜਾ ਹੈ ਉਹ ਦਿੱਤਾ ਗਿਆ। ਜਦਕਿ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਕੋਲ ਕੋਈ ਹੈਲਥ ਦਾ ਐਕਸਪੀਰੀਅੰਸ ਨਹੀਂ ਹੈ ਪਿਛਲੇ ਦਿਨਾਂ 'ਚ, ਇੰਦਰਬੀਰ ਸਿੰਘ ਨਿੱਜਰ ਉਹਨਾਂ ਨੂੰ ਸੀਗਾ ਕਿ ਸ਼ਾਇਦ ਹੈਲਥ ਡਿਪਾਰਟਮੈਂਟ ਜਿਹੜਾ ਹੈ ਉਹ ਦਿੱਤਾ ਜਾ ਸਕਦਾ ਕਿਉਂਕਿ ਡਾਕਟਰ ਦੇ ਪੇਸ਼ੇ 'ਚ ਰਹੇ ਨੇ। ਪਰ ਜੋੜਾ ਮਾਜਰਾ ਉਹਨਾਂ ਨੂੰ ਜਿਹੜਾ ਹੈ ਚੇਤਨ ਸਿੰਘ ਜੋੜਾ ਮਾਜਰਾ ਨੂੰ ਹੈਲਥ ਅਤੇ ਫੈਮਿਲੀ, ਮੈਡੀਕਲ ਐਜੂਕੇਸ਼ਨ, ਰਿਸਰਚ ਅਤੇ ਇਲੈਕਸ਼ਨਸ ਇਹ ਵਿਭਾਗ ਦਿੱਤਾ ਗਿਆ। ਫੌਜਾ ਸਿੰਘ ਇਹਨਾਂ ਨੇ ਕੱਲ੍ਹ ਸ਼ਪਥ ਲਈ ਸੀ, ਸਹੁੰ ਚੁੱਕੀ ਸੀ। ਫਰੀडम ਫਾਈਟਰ, ਡਿਫੈਂਸ ਸਰਵਿਸਿਜ਼, ਫੂਡ ਪ੍ਰੋਸੈਸਿੰਗ, ਹਾਰਟੀਕਲਚਰ ਇਹ ਦਿੱਤਾ ਗਿਆ। ਉਸ ਤੋਂ ਬਾਅਦ ਅਮਨ ਅਰੋੜਾ ਇਨਫੋਰਮੇਸ਼ਨ, ਪਬਲਿਕ ਰਿਲੇਸ਼ਨ, ਨਿਊ ਰੀਨਿਊਏਬਲ ਰਿਸੋਰਸਿਸ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਤਾਂ ਸ਼ਹਿਰੀ ਵਿਕਾਸ ਕਿਵੇਂ ਹੋਣਾ ਹੈ। ਉਸ ਤੋਂ ਬਾਅਦ ਕਿਉਂਕਿ ਜਦੋਂ ਓਪੋਜੀਸ਼ਨ 'ਚ ਵਿਸਤਾਰਾ ਤੇ 22 ਦੇ ਟੈਨਿਓਰ 'ਚ ਸੀਗੀ ਆਮ ਆਦਮੀ ਪਾਰਟੀ ਓਪੋਜੀਸ਼ਨ ਦੇ ਅੰਦਰ, ਤਾਂ ਅਮਨ ਅਰੋੜਾ ਚੀਫ ਸਪੋਕਸ ਪਰਸਨ ਸੀਗੇ ਆਮ ਆਦਮੀ ਪਾਰਟੀ ਦੇ। ਤਾਂ ਉਸ ਨੂੰ ਵੇਖਦੇ ਹੋਏ ਔਰ ਜਿਸ ਤਰੀਕੇ ਦੇ ਨਾਲ ਜੋ ਬਿਆਨਬਾਜ਼ੀ ਚੱਲਦੀ ਹੈ, ਤਮਾਮ ਮੁੱਦਿਆਂ ਨੂੰ ਲੈ ਕੇ ਸਰਕਾਰ ਦਾ ਪੱਖ ਰੱਖਣਾ ਹੁੰਦਾ ਹੈ ਔਰ ਸਰਕਾਰ ਦੀ ਮੈਨੇਜਮੈਂਟ ਕਿਵੇਂ ਦੀ ਰਹੇ, ਚਾਹੇ ਉਹ ਪੀਆਰ ਡਿਪਾਰਟਮੈਂਟ ਦੀ ਗੱਲ ਹੋਵੇ, ਚਾਹੇ ਉਹ ਬਾਕੀ ਜਿਹੜੇ ਵਿਭਾਗ ਜਿਹੜੇ ਦਿੱਤੇ ਗਏ ਨੇ ਅਮਨ ਅਰੋੜਾ ਨੂੰ। ਤਾਂ ਅਮਨ ਅਰੋੜਾ ਨੂੰ ਵੀ ਕਿਉਂਕਿ ਸਰਕਾਰ ਦੇ ਅੰਦਰ ਪਿਛਲੇ ਟੈਨਿਓਰ ਦੇ ਅੰਦਰ ਜਦੋਂ ਓਪੋਜੀਸ਼ਨ ਦੇ ਅੰਦਰ ਆਮ ਆਦਮੀ ਪਾਰਟੀ ਸੀਗੀ, ਵੱਡੀ ਜ਼ਿੰਮੇਵਾਰੀਆਂ ਅਮਨ ਅਰੋੜਾ ਕੋਲ ਸੀਗੀਆਂ ਔਰ ਉਸ ਨੂੰ ਵੇਖਦੇ ਹੋਏ ਜਿਹੜਾ ਹੈ ਉਹ ਵਿਭਾਗ ਦਿੱਤੇ ਗਏ ਨੇ। ਔਰ ਬਾਕੀ ਤਬਦੀਲੀਆਂ ਗੁਰਜੋਤ, ਚਾਹੇ ਉਹ ਲਾਲਜੀਤ ਭੁੱਲਰ ਹੋਣ, ਬ੍ਰਹਮ ਸ਼ੰਕਰ ਜਿੰਪਾ ਹੋਣ, ਉਸ ਤੋਂ ਇਲਾਵਾ ਡਾਕਟਰ ਬਲਜੀਤ ਕੌਰ ਹੋਣ, ਤਾਂ 19 ਤਬਦੀਲੀਆਂ ਨਹੀਂ ਕੀਤੀ ਗਈਆਂ। ਇਹ ਮੇਜਰ ਚੇਂਜਸ ਹੈ ਔਰ ਇਹ ਖਾਸ ਕਰਕੇ ਸਮਝਣ ਦੀ ਜ਼ਰੂਰਤ ਹੈ ਕਿ ਨਿੱਜਰ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਨਹੀਂ ਦਿੱਤਾ ਗਿਆ, ਅਮਨ ਅਰੋੜਾ ਨੂੰ ਚੀਫ ਸਪੋਕਸਪਰਸਨ ਰਹੇ ਨੇ ਤਾਂ ਉਸ ਲਹਿਜੇ ਨਾਲ ਆਈਪੀਆਰ ਡਿਪਾਰਟਮੈਂਟ ਦਿੱਤਾ ਗਿਆ। ਉੱਥੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਹੈਲਥ ਡਿਪਾਰਟਮੈਂਟ ਜਿਨ੍ਹਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਹੈ। ਅਨਮੋਲ ਗਗਨ ਮਾਨ ਖਾਸ ਕਰਕੇ ਕਲਚਰ, ਟੂਰਿਜ਼ਮ, ਇਨਵੈਸਟਮੈਂਟ, ਪ੍ਰਮੋਸ਼ਨ, ਉਹ ਮਹਿਕਮੇ ਜੋ ਸੀਐਮ ਦੇ ਖੁਦ ਦੇ ਨਿੱਜੀ ਤੌਰ ਤੇ ਕਰੀਬੀ ਰਹੇ, ਖੁਦ ਉਹਨਾਂ ਨੇ ਪਕੜੇ, ਉਹਨਾਂ ਦੇ ਕੋਲ ਸੀਗੇ, ਹੈਂਡਲ ਸੀਗੇ ਉਹਨਾਂ ਦੇ ਕੋਲ, ਤਾਂ ਉਹ ਮਹਿਕਮੇ ਅਨਮੋਲ ਗਗਨ ਮਾਨ ਨੂੰ ਦਿੱਤੇ ਗਏ ਨੇ। ਔਰ ਕੱਲ ਹੀ ਇਹਨਾਂ 5 ਨਵੇਂ ਮੰਤਰੀਆਂ ਨੇ, ਜੋੜਾ ਮਾਜਰਾ ਹੋਣ, ਫੌਜਾ ਸਿੰਘ ਸਰਾਏ ਹੋਣ ਔਰ ਉਸ ਤੋਂ ਇਲਾਵਾ ਅਨਮੋਲ ਗਗਨ ਮਾਨ, ਅਮਨ ਅਰੋੜਾ, ਇਹਨਾਂ ਨੇ ਕੱਲ ਸਹੁੰ ਚੁੱਕੀ ਸੀ। ਉਹਨਾਂ ਦੀ ਅਲੋਟਮੈਂਟ ਅੱਜ ਵਿਭਾਗ ਦੀ ਹੋਈ ਹੈ। ਔਰ ਚੇਂਜਸ ਮੀਤ ਹੇਅਰ, ਕਿਉਂਕਿ ਗੁਰਜੋਤ ਮੀਤ ਹੇਅਰ ਚਾਹੁੰਦੇ ਸੀ ਕਿ ਉਹਨਾਂ ਨੂੰ ਅਸੀਂ ਗੱਲ ਕਰਦੇ ਹਾਂ ਤਾਂ ਜਿਹੜਾ ਡਿਪਾਰਟਮੈਂਟ ਜਿਹੜਾ ਉਹ ਸਿਹਤ ਦਿੱਤਾ ਗਿਆ, ਕਿਉਂਕਿ ਜਿੱਥੇ ਨਾ ਕਿਤੇ ਅਗਰ ਇੰਦਰਬੀਰ ਨਿੱਜਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿਸ ਤੇ ਨਜ਼ਰਾਂ ਟਿਕੀਆਂ ਸਨ, ਪਰ ਉਹ ਡਿਪਾਰਟਮੈਂਟ ਇਸ ਵੇਲੇ ਚੇਤਨ ਸਿੰਘ ਜੋੜਾ ਮਾਜਰਾ ਕੋਲ ਜਿਹੜਾ ਸਿਹਤ ਡਿਪਾਰਟਮੈਂਟ ਆਇਆ ਤਾਂ ਉਸ ਨੂੰ ਲੈ ਕੇ ਵੀ ਅਹਿਮ ਸੀਗਾ। ਔਰ ਕਿਤੇ ਨਾ ਕਿਤੇ ਜਿੱਥੇ ਅਨਮੋਲ ਗਗਨ ਮਾਨ ਦਾ ਜ਼ਿਕਰ ਹੋ ਰਿਹਾ ਤਾਂ ਅਸੀਂ ਲਗਾਤਾਰ ਇਸ ਤੇ ਚਰਚਾ ਕਰ ਰਹੇ ਸੀ ਕਿ ਸੱਭਿਆਚਾਰਕ ਡਿਪਾਰਟਮੈਂਟ ਜਿਹੜਾ ਉਹਨਾਂ ਨੂੰ ਮਿਲ ਸਕਦਾ, ਤਾਂ ਕਿਤੇ ਨਾ ਕਿਤੇ ਕਹਿ ਸਕਦੇ ਕਿ ਉੱਥੇ ਵੀ ਮੋਹਰ ਲੱਗਦੀ ਹੋਈ ਨਜ਼ਰ ਆਈ ਹੈ ਨਿਊਜ਼ 18 ਪੰਜਾਬ ਦੀ ਖਬਰ ਤੇ, ਕਿਉਂਕਿ ਡਿਪਾਰਟਮੈਂਟ ਨੂੰ ਲੈ ਕੇ ਬੇਹੱਦ ਅਹਿਮ ਸੀ। ਜਿਸ ਤਰ੍ਹਾਂ ਦੇ ਨਾਲ ਸੰਜੀਦਗੀ ਦੇ ਨਾਲ ਲਗਾਤਾਰ ਸਰਕਾਰ ਦੀ ਕੋਸ਼ਿਸ਼ ਸੀ ਕਿ ਸ਼ੁਰੂਆਤ 'ਚ ਅਸੀਂ ਦੇਖਿਆ ਕਿ ਬਹੁਤੇ ਜ਼ਿਆਦਾ ਡਿਪਾਰਟਮੈਂਟ ਡਿਵਾਈਡ ਨਹੀਂ ਕੀਤੇ ਗਏ, ਬਲਕਿ ਇੱਕ ਲੰਬੀ ਲਿਸਟ ਸੀ ਉਹਨਾਂ ਡਿਪਾਰਟਮੈਂਟ ਦੀ ਜਿਹੜੇ ਸੀਐਮ ਮਾਨ ਦੇ ਵੱਲੋਂ ਆਪਣੇ ਕੋਲ ਰੱਖੇ ਗਏ ਸਨ। ਅਮਨ ਬਿਲਕੁਲ ਗੁਰਜੋਤ, 29 ਤਕਰੀਬਨ ਮਹਿਕਮੇ ਸੀਗੇ ਜੋ ਖੁਦ ਭਗਵੰਤ ਮਾਨ ਮੁੱਖ ਮੰਤਰੀ ਕੋਲ ਸੀਗੇ ਔਰ ਉਹਨਾਂ 'ਚੋਂ ਇਹ ਅਲੋਟਮੈਂਟ ਜਿਹੜੀ ਹੈ ਉਹ ਕੀਤੀ ਗਈ ਹੈ। ਹਾਲਾਂਕਿ ਐਗਰੀਕਲਚਰ ਦੀ ਗੱਲ ਹੋਵੇ, ਹੋਮ ਮਿਨਿਸਟਰੀ ਦੀ ਗੱਲ ਹੋਵੇ, ਹਾਲੇ ਵੀ ਪੋਰਟਫੋਲੀਓ ਜਿਹੜਾ ਹੈ ਉਹ ਮੁੱਖ ਮੰਤਰੀ ਕੋਲ ਹੈ। ਔਰ ਇਹ ਜਿਹੜੇ ਮਹਿਕਮੇ ਅਲੋਟ ਵੀ ਕੀਤੇ ਗਏ ਨੇ ਤਾਂ ਇਹਨਾਂ ਤੇ ਫੋਕਸ ਕਰਨਾ, ਕਿਉਂਕਿ ਇਨਵੈਸਟਮੈਂਟ, ਪ੍ਰਮੋਸ਼ਨ ਦੀ ਗੱਲ ਹੋਵੇ, ਟੂਰਿਜ਼ਮ, ਕਲਚਰ ਦੀ ਗੱਲ ਹੋਵੇ, ਸਕੂਲੀ ਸਿੱਖਿਆ, ਹੈਲਥ ਵਿਭਾਗ, ਇਹਨਾਂ ਤੇ ਕਿਤੇ ਨਾ ਕਿਤੇ ਜ਼ਰੂਰ ਇੱਕ ਸਪੈਸੀਫਿਕ ਮੰਤਰੀ ਚਾਹੀਦਾ ਜੋ ਵਿਭਾਗ ਨੂੰ ਇੰਡੀਪੈਂਡੈਂਟ ਤਰੀਕੇ ਤੇ ਕਹੀਏ ਜਾਂ ਫੋਕਸ ਕਰਕੇ ਚਲਾ ਸਕੇ ਔਰ ਜੋ ਸਰਕਾਰ ਦੀ ਕੋਸ਼ਿਸ਼ਾਂ ਹੈ, ਲੋਕਾਂ ਦੇ ਨਾਲ ਵਾਅਦੇ ਹੈ, ਉਸ ਨੂੰ ਵੀ ਪੂਰਾ ਕਰ ਸਕੇ। ਕਿਉਂਕਿ 29 ਮਹਿਕਮੇ ਜਿੱਥੇ ਸੀਐਮ ਵੱਲੋਂ ਸੰਭਾਲੇ ਗਏ ਸੀਗੇ ਤਾਂ ਇਹ ਹੁਣ ਅਲੋਟਮੈਂਟ ਉਹਨਾਂ ਚੋਂ ਕੀਤੀ ਗਈ ਹੈ। ਔਰ ਜੋ ਕਿਤੇ ਨਾ ਕਿਤੇ ਪਾਰਟੀ ਨੇ ਐਨਾਲਾਈਸਿਸ ਜ਼ਰੂਰ ਕੀਤਾ ਹੈ ਕਿ ਕਿਆ ਜੇ ਇੰਦਰਬੀਰ ਨਿੱਜਰ ਉਹਨਾਂ ਦੀ ਥਾਂ ਜੋੜਾ ਮਾਜਰਾ ਉਹਨਾਂ ਨੂੰ ਹੈਲਥ ਮਿਨਿਸਟਰੀ ਦਿੱਤੀ ਗਈ ਹੈ ਤਾਂ ਕਿਸ ਤਰੀਕੇ ਦੇ ਨਾਲ, ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਇਹ ਵੀ ਗੁਰਜੋਤ ਕੋਸ਼ਿਸ਼ ਹੁੰਦੀ ਹੈ ਕਿ ਨਵਿਆਂ ਨੂੰ ਮੌਕਾ ਮਿਲੇ, ਜੋ ਜਿਨ੍ਹਾਂ ਦਾ ਹੁਣ ਤੱਕ
ਐਕਸਪੀਰੀਅੰਸ ਨਹੀਂ ਹੈ ਜਾਂ ਜਿਨ੍ਹਾਂ ਨੂੰ ਨਹੀਂ ਮੌਕਾ ਲੱਗਦਾ, ਜਿਵੇਂ ਕੱਲ ਵੀ ਸਾਡੀ ਲਾਲਚੰਦ ਕਟਾਰੂ ਚੱਕ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕਿ ਪਹਿਲੀ ਦਫਾ ਦੇ ਵਿਧਾਇਕ ਨੇ ਉਹਨਾਂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਗਿਆ, ਤਾਂ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਪਹਿਲ ਕੀਤੀ ਜਾਵੇ, ਜੋ ਨੌਜਵਾਨ ਨੇ ਜਿਨ੍ਹਾਂ ਦਾ ਅੱਛਾ ਐਕਸਪੀਰੀਅੰਸ ਹੈ ਉਹਨਾਂ ਦਾ ਇਨਪੁਟ ਲਿਆ ਜਾਵੇ। ਜਾਣਕਾਰੀ ਪਹੁੰਚਾ ਦੀ ਕਿਉਂਕਿ ਇਹ ਬਹੁਤ ਇੰਟਰਸਟਿੰਗ ਹੈ ਕਿ ਕਿਹੜਾ ਡਿਪਾਰਟਮੈਂਟ ਕਿਸ ਨੂੰ ਮਿਲਿਆ। ਲਗਾਤਾਰ ਅਸੀਂ ਚਰਚਾ ਕਰ ਰਹੇ ਹਾਂ ਕਿ ਆਖਰਕਾਰ ਸ਼ਫਲ ਕਿੱਥੇ ਕੀਤਾ ਗਿਆ, ਪਰ ਜੇਕਰ ਅਨਮੋਲ ਗਗਨ ਮਾਨ ਦੀ ਗੱਲ ਕਰਦੇ ਹਾਂ ਕਿਉਂਕਿ ਇਸ ਵੇਲੇ 2 ਮਹਿਲਾ ਮੰਤਰੀ ਇਸ ਵੇਲੇ ਸਰਕਾਰ ਦੇ ਵਿੱਚ ਨੇ ਜਿਨ੍ਹਾਂ ਨੂੰ ਜਿਹੜਾ ਵਿਭਾਗ ਦਿੱਤਾ ਗਿਆ, ਵੱਖ-ਵੱਖ ਡਿਪਾਰਟਮੈਂਟ ਕੀਤੇ ਗਏ ਨੇ। ਪਰ ਸ਼ੁਰੂਆਤ ਅਸੀਂ ਅਮਨ ਅਰੋੜਾ ਤੋਂ ਕਰਾਂਗੇ ਜੋ ਕਿ 5 ਨਵੇਂ ਮੰਤਰੀ ਬਣੇ ਕੱਲ, ਔਰ ਸ਼ੁਰੂਆਤ ਕਰਦੇ ਹਾਂ ਅਮਨ ਅਰੋੜਾ ਤੋਂ। ਸ਼ਹਿਰੀ ਵਿਕਾਸ ਮੰਤਰੀ ਇਹਨਾਂ ਨੂੰ ਦਿੱਤਾ ਗਿਆ ਡਿਪਾਰਟਮੈਂਟ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦਿੱਤਾ ਗਿਆ ਹੈ, ਨਵ ਅਤੇ ਨਵਿਆਉਣ ਊਰਜਾ ਸਰੋਤ ਜਿਹੜਾ ਅਮਨ ਅਰੋੜਾ ਉਹਨਾਂ ਨੂੰ ਦਿੱਤਾ ਗਿਆ। ਉੱਚ ਸਿੱਖਿਆ ਦੀ ਗੱਲ ਕਰਦੇ ਹਾਂ ਮੀਤ ਤਿਹਾਰ ਨੂੰ ਦਿੱਤੀ ਗਈ ਹੈ, ਪਰ ਖਾਸ ਤੌਰ ਤੇ ਜੇਕਰ ਸਕੂਲੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਡਿਪਾਰਟਮੈਂਟ ਹੁਣ ਇਹਨਾਂ ਦੇ ਕੋਲ ਨਹੀਂ ਹੈ। ਉੱਚ ਸਿੱਖਿਆ ਨੂੰ ਦੇ ਦਿੱਤਾ ਗਿਆ। ਖੇਡਾਂ ਅਤੇ ਗਵਰਨੈਂਸ ਰਿਫਾਰਮਸ ਜਿਹੜਾ ਡਿਪਾਰਟਮੈਂਟ ਆ ਉਹਨਾਂ ਦੇ ਕੋਲ ਹੈ, ਯਾਨੀ ਕਿ ਜਿਹੜਾ ਸਪੋਰਟਸ ਡਿਪਾਰਟਮੈਂਟ ਸੀ ਉਹ ਇਹਨਾਂ ਦੇ ਕੋਲ ਹੀ ਹੈ, ਅਜੇ ਵੀ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਵਿਗਿਆਨ ਤਕਨੀਕੀ ਅਤੇ ਵਾਤਾਵਰਣ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਮੀਤ ਤਿਹਾਰ ਦੇ ਕੋਲ ਹੈ। ਅਗਲਾ ਜ਼ਿਕਰ ਕਰਦੇ ਹਾਂ ਹਰਜੋਤ ਬੈਂਸ ਅਜਿਹੇ ਮੰਤਰੀ ਨੇ, ਅਜਿਹਾ ਚਿਹਰਾ ਨੇ ਪਾਰਟੀ ਦਾ, ਕਹਿ ਸਕਦੇ ਜੋ ਪੂਰੇ એનર્ਜੀ ਦੇ ਵਿੱਚ ਯੰਗ ਚਿਹਰਾ ਨੇ, ਲਗਾਤਾਰ ਐਕਟਿਵਨੈਸ ਜਿਹੜੀ ਹੈ ਨਜ਼ਰ ਆਉਂਦੀ ਹੈ। ਤਾਂ ਵੱਖੋ-ਵੱਖ ਡਿਪਾਰਟਮੈਂਟ ਇਹਨਾਂ ਦੇ ਕੋਲ ਨੇ ਔਰ ਕਾਫੀ ਅਹਿਮ ਨੇ, ਕਿਉਂਕਿ ਇਸ ਵੇਲੇ ਵੱਡੀ ਖਬਰ ਵੀ ਹੈ ਔਰ ਖਾਸ ਧਿਆਨ ਦੇਣ ਯੋਗ ਵੀ ਹੈ ਕਿ ਸਕੂਲੀ ਸਿੱਖਿਆ ਯਾਨੀ ਕਿ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਹੈ ਹਰਜੋਤ ਬੈਂਸ ਉਹਨਾਂ ਨੂੰ ਦੇ ਦਿੱਤਾ ਗਿਆ। ਜੇਲ੍ਹਾਂ ਵਾਲਾ ਡਿਪਾਰਟਮੈਂਟ ਉਹਨਾਂ ਦੇ ਕੋਲ ਹੀ ਬਰਕਰਾਰ ਹੈ।